ਮਾਨ ਬਚਨ ਸਤਿਗੁਰ ਕੋ ਲੀਨਾ। ਤੇ ਮਾਨ ਬਚਨ, ਇਸ ਤਰ੍ਹਾਂ ਫਿਰ ਰਾਜੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਬਚਨ ਇਹ ਮੰਨਿਆ, ਠੀਕ ਹੈ ਮਹਾਰਾਜ ਮੈਂ ਤੈਨੂੰ ਕੋ ਦਿਨ ਜਿਹੜਾ ਨਾ ਆਪ ਜੀ ਕੇ ਦਰ ਘਰ ਅੰਮ੍ਰਿਤਸਰ ਸਾਹਿਬ ਰੁਕ ਜਾਵਾਂਗਾ। ਲਿਆਇਓ ਭੇਟ ਸੋ ਅਰਪਨ ਤੇ ਕੀਨਾ। ਜਿਹੜੀਆਂ ਭੇਟਾਵਾਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਰਾਜਾ ਲੈ ਕੇ ਆਇਆ ਉਹ ਸਤਿਗੁਰਾਂ ਦੇ ਚਰਨੀ ਭੇਟ ਕੀਤੀਆਂ ਹਨ। ਮਸਤਕ ਟੇਕ ਆਏ ਗੋ ਡੇਰੇ। ਤੇ ਇਸ ਤਰ੍ਹਾਂ ਮਹਾਰਾਜ ਨੂੰ ਦਰਸ਼ਨ ਕੀਤੇ, ਸਤਿਗੁਰਾਂ ਦੇ ਮੱਥਾ ਟੇਕਿਆ, ਬੇਅੰਤ ਨਾਨਾ ਤਰ੍ਹਾਂ ਦੀ ਦਰਸ਼ਨਾਂ ਦੀ ਭੇਟ ਆ ਸਤਿਗੁਰਾਂ ਦੇ ਚਰਨੀ ਰੱਖੀ ਹੈ। ਉਸ ਤੋਂ ਬਾਅਦ ਰਾਜਨ ਜਿਹੜਾ ਹੈ ਮੰਡੀ ਵਾਲਾ ਰਾਜਾ ਇੱਥੋਂ ਮੁੜਿਆ ਤੇ ਬਾਹਰ ਅੰਮ੍ਰਿਤਸਰ ਸਾਹਿਬ ਜਿੱਥੇ ਰਹਿੰਦਾ ਡੇਰਾ ਕੀਤਾ ਹੋਇਆ ਰੁਕਿਆ ਹੋਇਆ ਫੌਜਾਂ ਰਾਣੀਆਂ ਸਮੇਤ ਆਪਣੇ ਸ਼ਮਿਆਨੇ ਤੰਬੂ ਵਿੱਚ ਪਹੁੰਚ ਗਿਆ ਹੈ। ਖਾਨ ਪਾਨ ਕਰ ਕਹਿ ਹਿਤ ਕੇਰੇ। ਤੇ ਬੜੇ ਪ੍ਰੇਮ ਦੇ ਨਾਲ ਫਿਰ ਇੱਥੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕੀਤਾ ਹੋਇਆ, ਬਹੁਤ ਪ੍ਰੇਮ ਸ਼ਰਧਾ ਨਾਲ ਪ੍ਰਸ਼ਾਦਾ ਪਾਣੀ ਛਕਿਆ ਹੈ। ਦੇਗ ਪ੍ਰਸਾਦ ਅਚਿਓ ਸੁਖ ਪਾਇਓ। ਤੇ ਲੰਗਰ ਵਿੱਚ ਜਾ ਕੇ ਨਾ ਇਹ ਰਾਜੇ ਨੇ ਪ੍ਰਸ਼ਾਦਾ ਪਾਣੀ ਛਕਿਆ, ਰਾਤ ਸਮੇਂ ਸੁਖ ਪ੍ਰਾਪਤ ਕੀਤਾ ਹੈ। ਥਿਰਿਓ ਤਹਾਂ ਸੋ ਦਿਵਸ ਬਿਤਾਇਓ। ਇੱਕ ਦਿਨ ਲੰਘਿਆ, ਰਾਤ ਹੋਈ ਤੇ ਰਾਜਨ ਇੱਥੇ ਰੁਕਿਆ ਹੋਇਆ, ਦਿਨ ਸਾਰਾ ਲੰਗਰ ਵਿੱਚ ਸੇਵਾ ਕੀਤੀ, ਬਰਤਨ ਮਾਂਜੇ, ਪ੍ਰਸ਼ਾਦਾ ਪਾਣੀ ਛਕਿਆ ਤੇ ਰਾਤ ਆਪਣੇ ਫੇਰ ਉਹ ਤੰਬੂਆਂ ਵਿੱਚ ਆ ਗਿਆ, ਟਿਕਿਆ ਹੈ। ਭਈ ਜਾਮਨੀ ਜਬਿਹੂ ਆਏ। ਜਦੋਂ ਰਾਤ ਹੋਈ ਸੂਰਜ ਡੁੱਬਿਆ, ਰਾਤ ਆਣ ਪਈ ਹੈ। ਸੇਜਾ ਪਰ ਥਿਰ ਹੈ ਨਰ ਰਾਏ। ਤੇ ਰਾਜਾ ਜਿਹੜਾ ਆਪਣੇ ਆਸਣ ਸੇਜਾ ਤੇ ਰਾਤ ਸੌਣ ਵਾਸਤੇ ਬਿਰਾਜਿਆ ਜਦੋਂ, ਸੁਖ ਸੋ ਸਪਤਿਓ ਨਿਰਪ ਬੁੱਧਵਾਨ। ਤੇ ਬੜਾ ਬੁੱਧੀ ਵਾਲਾ ਜਿਹੜਾ ਰਾਜਾ ਮੰਡੀ ਦਾ, ਤੇ ਬੜੇ ਆਨੰਦ ਦੇ ਨਾਲ ਇੱਥੇ ਅੰਮ੍ਰਿਤਸਰ ਸਾਹਿਬ ਰਾਤ ਟਿਕਿਆ, ਸੁਖ ਦੇ ਨਾਲ ਸੁੱਤਾ ਹੈ। ਚੌਂਕੀਦਾਰ ਖਰੇ ਸਾਵਧਾਨ। ਤੇ ਸਾਵਧਾਨ ਹੋ ਕਰਕੇ ਜਿਹੜੇ ਪਹਿਰੇਦਾਰ ਹੈ ਉਹ ਰਾਜੇ ਦੇ ਸ਼ਮਿਆਨੇ ਤੰਬੂ ਦੇ ਬਾਹਰ ਖੜੇ ਆ, ਗਸ਼ਤ ਕਰਦੇ ਹਨ। ਸੋਵਤ ਜਬ ਜੁਗ ਜਾਮ ਬਿਤਾਏ। ਤੋ ਕਵੀ ਜੀ ਕਹਿੰਦੇ ਜਦੋਂ ਰਾਜੇ ਨੇ 2 ਪਹਿਰ ਰਾਤ ਦੇ ਬਤੀਤ ਕਰ ਲਏ ਨਾ, ਜਿਵੇਂ ਕੋਈ 12 ਕੁ ਵਜੇ ਦਾ ਸਮਾਂ ਹੁੰਦਾ ਰਾਤ ਦੇ, ਇੰਨਾ ਕੁ ਸਮਾਂ ਜਦੋਂ ਸੁੱਤਿਆਂ ਹੋਇਆਂ ਬਤੀਤ ਕੀਤਾ ਹੈ। ਅਦਭੁਤ ਸੁਪਨੋ ਤਿਹ ਛਿਨ ਆਏ। ਤੇ ਉਹ ਸਮੇਂ ਰਾਜੇ ਨੂੰ ਅਸਚਰਜ ਤਰ੍ਹਾਂ ਦਾ ਜਿਹੜਾ ਸੁਪਨਾ ਹੈ ਉਹ ਰਾਤ ਸੁੱਤੇ ਨੂੰ ਆਇਆ ਹੈ। ਆਪਣੋ ਰਾਜ ਭੋਗ ਬ੍ਰਿਧ ਹੋਵਾ। ਸੁਪਨਾ ਇਹ ਆਇਆ ਰਾਜੇ ਨੂੰ ਵੀ ਰਾਜਾ ਜਿਹੜਾ ਨਾ ਰਾਜ ਭੋਗਦਾ ਹੀ ਸੁਪਨੇ ਦੇ ਵਿੱਚ ਬੜੇ ਰਾਜ ਸੁਖ ਮਾਣਦਾ ਹੋਇਆ ਤੇ ਬੁੱਢਾ ਹੋ ਚੁੱਕਾ ਹੈ। ਬਧਿਓ ਕੁਟੰਬ ਸਗਲ ਹੀ ਜੋਵਾ। ਤੇ ਰਾਜੇ ਦਾ ਵਧਿਆ ਹੋਇਆ ਪਰਿਵਾਰ ਇਹ ਸੁਪਨੇ ਵਿੱਚ ਵੀ ਸੁੱਖ ਭੋਗਦਾ, ਰਾਜ ਕਰਦਾ ਬੁੱਢਾ ਵੀ ਹੋ ਗਿਆ ਸੁਪਨੇ ਵਿੱਚ ਹੀ, ਤੇ ਪਰਿਵਾਰ ਬਹੁਤ ਪੋਤਰੇ ਦੋਤਰੇ ਹੋ ਗਏ ਹੈ। ਪਰਿਵਾਰ ਨੂੰ ਵੇਖ ਵੇਖ ਬਹੁਤ ਖੁਸ਼ ਹੁੰਦਾ ਹੈ। ਪੁਨ ਅੰਮ੍ਰਿਤ ਹੋਏ ਗਇਓ ਇਸ ਕਾਲ। ਤੋ ਇਹ ਸਾਧ ਸੰਗ ਜਿੰਨਾ ਅੱਗੇ ਵਰਤਾਂਤ ਚੱਲੇਗਾ ਇਹ ਰਾਜੇ ਦੇ ਸੁਪਨੇ ਦਾ ਹੀ ਚੱਲੇਗਾ। ਤੋ ਰਾਜਾ ਫਿਰ ਇਸ ਤਰ੍ਹਾਂ ਜਦੋਂ ਬਿਰਧ ਹੋਇਆ, ਪਰਿਵਾਰ ਬਹੁਤ ਵੱਧ ਚੁੱਕਾ ਹੈ, ਤੋ ਪੁਨः ਫਿਰ ਜਦੋਂ ਬਜ਼ੁਰਗ ਹੋਣ ਤੋਂ ਬਾਅਦ ਇਹ ਸੁਪਨੇ ਦੇ ਵਿੱਚ ਹੀ ਚੜ੍ਹਾਈ ਕਰ ਗਿਆ ਰਾਜਾ। ਰਜਧਾਨੀ ਪਾਸ਼ੋਕ ਵਿਸਾਲ। ਤੇ ਸਾਰੇ ਦੀ ਰਾਜਧਾਨੀ ਸ਼ਹਿਰ ਵਾਲੇ ਬੜਾ ਦੁਖੀ ਹੁੰਦੇ, ਰਾਜੇ ਦੇ ਮਰਨ ਤੇ ਸੋਗ ਕਰਦੇ ਹਨ। ਸਭ ਕੋ ਰੁੱਦਤ ਤਿਆਗ ਕਰ ਗਇਓ। ਤੇ ਸੁਪਨੇ 'ਚ ਵੇਂਦਾ ਇਹ ਸਾਰਿਆਂ ਨੂੰ ਰੋਂਦਿਆਂ ਹੋਇਆਂ ਨੂੰ ਛੱਡ ਕੇ ਚਲਾ ਗਿਆ, ਬੁੱਢਾ ਹੋ ਕੇ ਰਾਜ ਭੋਗ ਕੇ ਪਰਿਵਾਰ ਬਹੁਤ ਵੱਧ ਵਧਾ ਕੇ ਤੇ ਚੜ੍ਹਾਈ ਕੀਤਾ। ਰਾਜਾ ਸੁਪਨੇ ਵਿੱਚ ਸਾਰਾ ਸ਼ਹਿਰ ਬੜਾ ਸੋਗ ਕਰਦਾ, ਰਾਜਾ ਵੇਖ ਰਿਹਾ ਆਪ ਹੀ, ਤੇ ਮਰ ਕੇ ਰਾਜਾ ਇਸ ਤਰ੍ਹਾਂ ਇਹ ਸਾਰੇ ਸ਼ਹਿਰ ਰਾਜਧਾਨੀ ਨੂੰ ਛੱਡ ਗਿਆ ਰੋਂਦਿਆਂ। ਘਰ ਚੰਡਾਲ ਜਨਮ ਪੁਨ ਲਿਓ। ਤੇ ਫਿਰ ਇਹ ਵੇਖਦਾ ਵੀ ਇਹਦਾ ਦੂਜਾ ਜਨਮ ਜਿਹੜਾ ਨਾ ਚੰਡਾਲਾਂ ਦੇ ਘਰ ਹੋਇਆ, ਜਿਹੜੇ ਸ਼ਮਸ਼ਾਨਾਂ ਵਿੱਚ ਕੋਈ ਮੁਰਦਿਆਂ ਦੀ ਪਹਿਲੇ ਸਮੇਂ ਕੋਈ ਸਾਂਭ ਸੰਭਾਲ ਕਰਦੇ ਆ, ਉਹਨਾਂ ਚੰਡਾਲਾਂ ਦੇ ਘਰ ਵਿੱਚ ਜਿਹੜਾ ਹੈ ਇਹ ਰਾਜੇ ਦਾ ਜਨਮ ਹੋਇਆ ਹੈ। ਕਰਹਿ ਦੁਲਾਰਨ ਸੁਤ ਕਹਿ ਸੋਏ। ਤੇ ਉੱਥੇ ਜੰਮਿਆ। ਮਾਂ ਬਾਪ ਜਿਹੜੇ ਚੰਡਾਲ ਨੇ ਉਹ ਇਹਦੇ ਮਾਂ ਬਾਪ ਬਣੇ, ਤੇ ਪੁੱਤਰ ਕਹਿ ਕੇ ਨੂੰ ਬਾਲਕ ਛੋਟੇ ਜਿਹੇ ਨੂੰ ਬੜਾ ਚੁੱਕਦੇ ਆ, ਬੜਾ ਲਾਡ ਲਡਾਉਂਦੇ ਹਨ। ਖਾਨ ਪਾਨ ਕਰ ਬ੍ਰਿਧ ਤਹਿ ਹੋਏ। ਤੇ ਬਸ ਦਿਨ ਲੰਘਦੇ ਗਏ, ਭਾਵ ਸੁਪਨੇ ਦੇ ਵਿੱਚ ਹੀ ਉਹ ਕੁਝ ਹੋਰ ਇਹ ਜੰਮਿਆ ਕੁਝ ਸਮੇਂ ਦੇ ਵਿੱਚ ਹੀ
ਜਿਵੇਂ ਫਿਰ ਉਹ ਐਂ ਹੀ ਪਖਲਾ ਰਿਹਾ ਵੀ ਖਾਂਦਾ ਪੀਂਦਾ। ਕੁਝ ਸਮੇਂ ਵਿੱਚ ਹੌਲੀ ਹੌਲੀ ਜਦੋਂ ਵੱਡਾ ਜਵਾਨ ਹੋਇਆ ਹੈ ਜਬ ਸੰਮਤ 10 ਕੋ ਹੋਏ ਗਇਓ, ਤੇ 10 ਕੁ ਵਰਿਆਂ ਦਾ ਜਦੋਂ ਇਹ ਹੋ ਗਿਆ ਚੰਡਾਲਾਂ ਦੇ ਘਰ ਵਿੱਚ ਜੰਮਿਆ, ਉਤਸਵ ਤੇ ਵਿਆਹੇ ਤਹ ਭਇਓ। ਤੇ ਫਿਰ 10 ਕੁ ਵਰਿਆਂ ਦਾ ਇਸ ਪਰਿਵਾਰ ਇਹਦੇ ਨੇ ਵਿਆਹ ਕਰ ਦਿੱਤਾ ਹੈ। ਬੰਧਪ ਸੰਗ ਬ੍ਰਿੰਦ ਚੰਡਾਲ, ਤੇ ਭਾਵ ਜਿਵੇਂ ਪਹਿਲਾਂ ਵਿਆਹ ਹੁੰਦਾ ਸੀ, ਬਾਅਦ ਵਿੱਚ ਮੁਕਲਾਵਾ ਆਉਂਦਾ ਸੀ, ਇਉਂ ਬਾਲ ਅਵਸਥਾ ਵਿੱਚ ਹੀ ਇਹਦਾ ਵਿਆਹ ਕਰ ਦਿੱਤਾ। ਤੇ ਬੜੇ ਦੇ ਸਰਬੰਧੀ ਹੈ ਤੇ ਬੜੇ ਜਿਹੜੇ ਨਾਲ ਦੇ ਜਿੰਨੇ ਵੀ ਇਸ ਜਾਤ ਦੇ ਚੰਡਾਲ ਜਾਤੀ ਦੇ ਜਿੰਨੇ ਲੋਕ ਹੈ, ਬੜਿਆਂ ਦੇ ਨਾਲ ਇਹਦਾ ਸੰਬੰਧ ਬਣਿਆ ਹੋਇਆ, ਪਰਿਵਾਰ ਹੋਇਆ ਹੈ। ਗਾਇਨ ਬਾਦਤ ਕੀਨ ਵਿਸਾਲ, ਤੇ ਇਸ ਤਰ੍ਹਾਂ ਬੜੇ ਜਿਹੜੇ ਗਾਇਨ ਬਾਦਤ ਤੋਂ ਇਸ ਤਰ੍ਹਾਂ ਜਿਹੜਾ ਹੈ ਉਹ ਇਹ ਚੱਲ ਰਿਹਾ ਸੁਪਨੇ ਦੇ ਵਿੱਚ ਹੀ। ਸਾਰਾ ਗਾਉਣ ਵਜਾਉਣੇ ਦੇ ਵਿਆਹ ਦਾ ਹੋ ਰਿਹਾ ਹੈ। ਚਾਰੇ ਪਾਸੇ ਵਾਜੇ ਸ਼ਹਿਨਾਈਆਂ ਢੋਲ ਵੱਜਦੇ ਹਨ, ਬੜਾ ਖੁਸ਼ੀ ਦਾ ਮਾਹੌਲ ਹੈ। ਬਹੁ ਪ੍ਰਸੰਨਤਾ ਤਿਨ ਮਹਿ ਹੋਈ, ਤੇ ਆਪਸ ਵਿੱਚ ਬੜੀ ਪ੍ਰਸੰਨਤਾ ਖੁਸ਼ੀਆਂ ਹੋ ਰਹੀਆਂ ਇਹਨਾਂ ਦੇ ਘਰ ਵਿੱਚ। ਕਰ ਕੈ ਵਿਆਹੋ ਮੇਲ ਸਭ ਕੋਈ, ਤੇ ਸਾਰੇ ਮੇਲ ਨੇ ਇਹਦਾ ਵਿਆਹ ਕੀਤਾ ਹੈ, ਮਾਂ ਬਾਪ ਨੇ ਰਲ ਮਿਲ ਕਰਕੇ। ਆਏ ਸਦਨ ਮਹਿ ਬਸਨੇ ਲਾਗਿਓ, ਤੇ ਆਪਣੀ ਵਹੁਟੀ ਪਤਨੀ ਲਿਆ ਕੇ ਤੇ ਇਹ ਚੰਡਾਲ ਦੇ ਜਨਮ ਵਿੱਚ ਵਿਆਹ ਵੀ ਹੋ ਗਿਆ, ਰਾਜ ਭੋਗ ਕੇ ਸੁਪਨੇ 'ਚ ਮਰ ਵੀ ਗਿਆ, ਅੱਗੇ ਜਨਮ ਲੈ ਕੇ ਜਵਾਨ ਵੀ ਹੋ ਗਿਆ, ਵਿਆਹ ਵੀ ਹੋ ਗਿਆ ਇਹਦਾ। ਤੇ ਆਪਣੀ ਘਰਵਾਲੀ ਨੂੰ ਲਿਆ ਤੇ ਘਰ ਵਿੱਚ ਸੁੱਖ ਨਾਲ ਵਸਿਆ ਹੈ। ਨਿਜ ਪਰਿਵਾਰ ਸੰਗ ਤੇ ਅਨੁਰਾਗਿਓ, ਬਹੁਤ ਪ੍ਰੇਮ ਦੇ ਨਾਲ ਆਪਣੇ ਪਰਿਵਾਰ ਵਿੱਚ ਰਹਿ ਰਿਹਾ ਹੈ। ਇਸੀ ਰੀਤ ਬੀਤਿਓ ਚਿਰਕਾਲ, ਤੇ ਇਸੇ ਤਰ੍ਹਾਂ ਹੀ ਹੋਰ ਕੁਝ ਬਹੁਤ ਸਮਾਂ ਫੇਰ ਬਤੀਤ ਹੋਇਆ, ਜਦੋਂ ਭਇਓ ਤਰੁਣ ਬਲਵਾਨ ਵਿਸਾਲ, ਤੇ ਚੰਗਾ ਜਵਾਨ ਤੇ ਬੜੇ ਬਲ ਵਾਲਾ ਹੋ ਚੁੱਕਾ ਹੈ। ਪੁੱਤਰ ਸੁਤਾ ਉਤਪਨ ਗਨ ਕਰੇ, ਤੇ ਇਹਦੇ ਘਰੇ ਧੀਆਂ ਹੋਈਆਂ, ਪੁੱਤਰ ਹੋਏ ਐ। ਇਸ ਤਰ੍ਹਾਂ ਬਹੁਤ ਦਾ ਪਰਿਵਾਰ ਪੈਦਾ ਹੋਇਆ, ਵਧਾ ਗਿਆ ਹੈ। ਤਿਨ ਕੋ ਵਿਆਹਿਓ ਉਤਸਵ ਤਰੇ, ਤੇ ਹੁਣ ਲੈਂਦਾ ਇਹ ਰਾਜਾ ਸੁਪਨਾ ਹੀ ਪਿਆ ਇੱਥੇ। ਆਪ ਤਾਂ ਅੰਮ੍ਰਿਤਸਰ ਸਾਹਿਬ ਸੁੱਤਾ ਹੋਇਆ, ਸੁੱਤੇ ਹੋਏ ਨੂੰ ਸੁਪਨਾ ਆਇਆ ਤੇ ਚੰਡਾਲ ਦੇ ਘਰ ਵਿੱਚ ਜੰਮਿਆ, ਵਿਆਹ ਵੀ ਹੋ ਗਿਆ, ਬਾਲ ਬੱਚੇ ਵੀ ਹੋ ਗਏ। ਤੇ ਹੁਣ ਅੱਗੇ ਆਪਣੀਆਂ ਧੀਆਂ ਵੀ ਵਿਆਹ ਦਿੱਤੀਆਂ, ਪੁੱਤਰਾਂ ਦੇ ਵੀ ਵਿਆਹ ਕਰ ਚੁੱਕਾ ਹੈ। ਕੋ ਵਿਸਾਲ ਕੋ ਲਗ ਹੈ ਨੰਦ, ਤੇ ਕੋਈ ਇਹਦਾ ਛੋਟਾ ਪੁੱਤਰ ਹੈ, ਉਹਦਾ ਵਿਆਹ ਕੀਤਾ, ਕੋਈ ਵੱਡਾ, ਕੋਈ ਵੱਡੀ ਧੀ, ਕੋਈ ਛੋਟੀ ਕੁੜੀ। ਇਸ ਤਰ੍ਹਾਂ ਬਹੁਤ ਇਹਦੇ ਪਰਿਵਾਰ ਵਧਿਆ ਹੋਇਆ ਹੈ। ਤੇ ਇਸ ਤਰ੍ਹਾਂ ਛੋਟੇ ਵੱਡੇ ਬੱਚੇ ਹਨ। ਕੇਚਕ ਤਨੀਆਂ ਪਈ ਬਿਲੰਦ, ਇਸ ਤਰ੍ਹਾਂ ਕਿੰਨੀਆਂ ਕੁ ਫਿਰ ਇਹਦੇ ਪੁੱਤਰਾਂ ਦੇ ਘਰੇ ਅੱਗੇ ਪਰਿਵਾਰ ਵਧਿਆ, ਇਹਦੀ ਪੋਤਰੀਆਂ ਹੋਈਆਂ, ਪੋਤਰੇ ਹੋ ਰਹੇ ਆ, ਦੋਤਰੀਆਂ ਦੋਤਰੇ ਪੈਦਾ ਹੋ ਰਹੇ ਹਨ। ਸਭ ਕੋ ਵਿਆਹ ਬਧਿਓ ਪਰਿਵਾਰਾ, ਉਹ ਸਾਰਿਆਂ ਦੇ ਅੱਗੇ ਦੀ ਅੱਗੇ ਵਿਆਹ ਹੋ ਰਹੇ, ਕਰ ਰਹੇ, ਆਪ ਹੀ ਵਿਆਹ ਲੈ ਸੁਪਨਾ ਹੀ ਰਿਹਾ ਤੇ ਵਿਆਹ ਕਰ ਰਿਹਾ ਸਾਰਿਆਂ ਦੇ, ਬੜਾ ਪਰਿਵਾਰ ਵੱਧ ਰਿਹਾ ਹੈ। ਪੁੱਤਰ ਪੌਤਰ ਹੇਰਤ ਹਿਤ ਭਾਰਾ, ਤੇ ਐਉਂ ਫਿਰ ਕਰਦਿਆਂ ਕਰਾਉਂਦਿਆਂ ਬੁੱਢਾ ਹੋ ਗਿਆ। ਜਦੋਂ ਬਜ਼ੁਰਗ ਹੋਇਆ ਤੇ ਫਿਰ ਉੱਥੇ ਆਪਣੇ ਪੁੱਤਰ ਪੋਤਰੇ ਦੋਤਰੇ ਦੋਤਰੀਆਂ ਵੇਖਦਾ ਹੈ, ਉਹਨਾਂ ਨੂੰ ਹੱਸਦਿਆਂ ਖੇਡਦਿਆਂ ਵਧਿਆ ਪਰਿਵਾਰ ਵੇਖ ਕੇ ਤੇ ਬੜਾ ਖੁਸ਼ ਹੁੰਦਾ ਹੈ। ਹਰ ਖੁਸ਼ੋਗ ਧਾਰਤ ਤਿਨ ਮਾਹੀ, ਤੇ ਕਦੇ ਖੁਸ਼ ਹੁੰਦਾ, ਕਦੇ ਦੁਖੀ ਹੁੰਦਾ। ਭਾਵ ਜਦੋਂ ਝਿੜਕ ਸੁਪਨੇ 'ਚ ਝਿੜਕਾਂ ਵੀ ਪੈ ਜਾਣ, ਫਿਰ ਉੱਥੇ ਦੁਖੀ ਵੀ ਹੋ ਜਾਂਦਾ। ਕਦੇ ਖੁਸ਼ ਹੁੰਦਾ, ਕਦੇ ਦੁਖੀ ਹੁੰਦਾ ਉਹਨਾਂ ਦੇ ਨਾਲ ਹੀ। ਦੁੱਖ ਸੁਖ ਦੇਖਤ ਆਉਦ ਨਿਬਾਹੀ, ਤੇ ਇਸ ਤਰ੍ਹਾਂ ਫਿਰ ਇਹਨੇ ਚੰਡਾਲਾਂ ਦੇ ਘਰ ਵਿੱਚ ਜਨਮ ਲਏ ਸੁਪਨੇ 'ਚ। ਤੇ ਰਾਜੇ ਨੇ ਸਾਰੀ ਉਮਰ ਐਂ ਬਤੀਤ ਕਰ ਦਿੱਤੀ ਉੱਥੇ ਸੁਪਨੇ ਦੇ ਵਿੱਚ। ਇੱਕ ਚੰਡਾਲ ਜਿਹੜਾ ਜਨਮ ਲਿਆ ਨੇ ਇਹਨਾਂ ਦੇ ਘਰ, ਜੰਮ ਕੇ ਵੱਡਾ ਹੋ ਕੇ ਵਿਆਹ ਹੋ ਕਰਕੇ ਪੁੱਤਰ ਪੋਤਰਿਆਂ ਵਾਲਾ ਵੀ ਬਣ ਗਿਆ ਹੈ। ਤੋ ਇਸ ਤਰ੍ਹਾਂ ਸਾਰੀ ਉਮਰ ਇਸਨੇ ਸੁਪਨੇ ਵਿੱਚ ਇਹ ਦੂਜਾ ਜਨਮ ਵੀ ਬਤੀਤ ਕਰ ਦਿੱਤਾ ਹੈ। ਜਨਮ ਚੰਡਾਲ ਪਾਏ ਕਰ ਭੋਗਾ, ਤੇ ਸਾਰਾ ਚੰਡਾਲਾਂ ਦੇ ਘਰ ਵਿੱਚ ਜਨਮ ਲੈ ਕੇ ਸਾਰਾ ਇਸ ਤਰ੍ਹਾਂ ਭੋਗਿਆ। ਪੁੱਤਰ ਪੋਤਰੇ ਦੋਤਰੇ ਦੋਤਰੀਆਂ ਇਸ ਦੇ ਹੋਏ ਆ, ਸਾਰਾ ਜਨਮ ਬਤੀਤ ਕਰ ਦਿੱਤਾ ਹੈ। ਭਇਓ ਮ੍ਰਿਤਕ ਤਹ ਤੇ ਵਧ ਸੋਗਾ, ਤੇ ਫਿਰ ਇਹ ਉੱਥੇ ਵੀ ਚੜ੍ਹਾਈ ਕਰ ਗਿਆ। ਚੰਡਾਲ ਜਨਮ ਵਿੱਚ ਜਦੋਂ ਇਹ ਚੜ੍ਹਾਈ ਕੀਤਾ ਸੁਪਨੇ ਦੇ ਵਿੱਚ, ਤੇ ਬਹੁਤ ਪਰਿਵਾਰ ਵਿੱਚ ਸੋਗ ਵਧਿਆ, ਬੜਾ ਦੁੱਖ ਹੋਇਆ ਹੈ। ਰੁਦਤ ਸੁਨਤ ਬਿਰਲਾਪਤ ਦਾਰਾ, ਇਹਦੀ ਘਰਵਾਲੀ ਰੋਂਦੀ ਹੈ, ਪਰ ਇਹ ਸੁਪਨੇ 'ਚ ਸੁਣਦਾ ਸਾਰਾ ਕੁਝ ਹੀ ਇਸ ਨੂੰ ਪਿਆ ਹੋਇਆ। ਆਪ ਸੁਪਨਾ ਜੂ ਲੈ ਰਿਹਾ। ਇਹ ਆਪ ਜਦੋਂ ਚੜ੍ਹਾਈ ਕੀਤਾ ਚੰਡਾਲ ਜਨਮ ਦੇ ਵਿੱਚ, ਤੇ ਫਿਰ ਉਹ ਸੁਣਦਾ ਹੈ, ਆਪ ਹੀ ਇਹਦੀ ਘਰਵਾਲੀ ਵੈਣ ਪਾਉਂਦੀ ਹੈ, ਬੜਾ ਰੋਂਦੀ ਵਿਰਲਾਪ ਕਰਦੀ ਹੈ। ਹੇ ਪਤ ਤੋਰ ਅਧਿਕ ਪਰਵਾਰਾ, ਤੇ ਉਹ ਆਖਦੀ ਹੈ ਪਤਨੀ ਇਹਦੀ ਕਿ ਹੇ ਪਤੀ,
ਆ ਵੇਖ ਤੇਰਾ ਕਿੰਨਾ ਵੱਡਾ ਪਰਿਵਾਰ ਵਧਿਆ ਛੱਡ ਤੁਰ ਗਿਆ ਹੈ। ਗਨ ਸ਼ੂਕਰ ਤੈ ਪਾਰਨ ਤੇ ਕਰੇ। ਉਹ ਵੈਣ ਪਾਉਂਦੀ ਕਿਉਂਕਿ ਇਹਨੇ ਸੂਰ ਬੜੇ ਰੱਖੇ ਹੋਏ ਸੀ। ਉਸ ਜਨਮ ਦੇ ਵਿੱਚ ਸੂਰ ਚਾਰਿਆ ਕਰਦਾ ਸੀ ਰਾਜਾ, ਤੇ ਇਹਦੀ ਘਰ ਵਾਲੀ ਉਹ ਵੈਣ ਪਾਉਂਦੀ ਆ, ਵੇਖ ਆਖੇ ਤੇਰੇ ਸੂਰ ਕਿਵੇਂ ਭੁੱਖੇ ਵਿਰਲਾਪ ਰਹੇ ਆ, ਕਿੰਨੇ ਤੂੰ ਸੂਰ ਜਿਹੜੇ ਵਾ ਉਹ ਇਕੱਠੇ ਕਰ ਰੱਖੇ ਹੋਏ ਸਨ, ਪਾਲੇ ਸਨ। ਕੂਕਰ ਖਰੇ ਅਹੈ ਤਨ ਪੀਨੇ। ਤੇ ਆ ਵੇਖ ਕਿੰਨੇ ਜਿਹੜੇ ਵੈ ਸੁੰਦਰ ਤੂੰ ਕੂਕਰ ਕਹੀਏ ਕੁੱਤੇ ਰੱਖੇ ਹੋਏ ਆ, ਕਿੰਨੇ ਸਾਰੇ ਉਹ ਤੈਨੂੰ ਵੇਖ ਰਹੇ ਹਨ, ਪਿੱਛੇ ਛੱਡ ਗਿਆ ਹੈ। ਸਭ ਪ੍ਰਤੀਖਣਾ ਤੇਰੀ ਤਰ੍ਹਾਂ। ਇਹ ਪਤੀ ਆ ਸਾਰੇ ਕੁੱਤੇ ਆ ਜਿਹੜੇ ਸੂਰ ਤੈਂ ਰੱਖੇ ਸਨ, ਉਹ ਸਾਰੇ ਹੀ ਤੇਰੀ ਪ੍ਰਤੀਖਣਾ ਕਰਦੇ ਪਏ, ਤੈਨੂੰ ਉਡੀਕਦੇ ਹਨ। ਕਿਤ ਚਲ ਗਇਓ ਦ੍ਰਿਸ਼ਟ ਨਹਿ ਪਰੈ। ਤੂੰ ਕਿਤੇ ਦਿਸਦਾ ਨਹੀਂ ਸਾਨੂੰ, ਕਿੱਥੇ ਚਲਾ ਗਿਆ ਸਾਨੂੰ ਛੱਡ ਕਰਕੇ। ਇਮ ਕੁਟੰਬਰੋ ਜਤ ਦੁਖ ਛਾਡੋ। ਤੇ ਇਸ ਤਰ੍ਹਾਂ ਸਾਰਾ ਹੀ ਜਿਹਦਾ ਇਹਦਾ ਪਰਿਵਾਰ ਹੈ ਉਹ ਰੋਂਦਾ ਹੈ, ਤੇ ਦੁੱਖ ਉਹ ਮਾਈ ਕਹਿੰਦੀ ਹੈ ਵੀ ਸਾਰੇ ਪਰਿਵਾਰ ਨੂੰ ਦੁਖੀ ਹੋਏ ਨੂੰ ਤੂੰ ਪਿੱਛੇ ਛੱਡ ਗਿਆ ਹੈ। ਲੈ ਕਰ ਬਹਿਰ ਗਏ ਤਰ ਗੱਡੋ। ਤੇ ਪਰਿਵਾਰ ਲੈ ਗਏ ਇਹਨੂੰ ਗਾਡੋ ਹੋ, ਪਾਠ ਨੂੰ ਕੰਨਾ ਲੱਗੂ ਇੱਥੇ। ਤੋ ਇਸ ਤਰ੍ਹਾਂ ਪਰਿਵਾਰ ਜਿਹੜਾ ਇਹਨੂੰ ਲੈ ਕਰਕੇ ਬਾਹਰ ਤੋ ਉਹ ਮਿੱਟੀ ਵਿੱਚ ਟੋਆ ਕੱਢ ਕਬਰ ਤੇ ਇਸ ਦੀ ਲਾਸ਼ ਵੀ ਦਫਨਾ ਦਿੱਤੀ। ਇਹ ਸਭ ਕੁਝ ਆ ਪਿਆ ਹੋਇਆ ਸੁਪਨੇ ਵਿੱਚ ਵੇਖੀ ਜਾਂਦਾ ਹੈ। ਇਹੋ ਸਭ ਸੁਪਨੇ ਪਾਏ ਤੋ ਨਰਿੰਦ। ਕਵੀ ਜੀ ਕਹਿੰਦੇ ਇਸ ਤਰ੍ਹਾਂ ਸਾਰਾ ਸੁਪਨਾ ਜਿਹੜਾ ਨਾ ਇਹ ਰਾਜੇ ਨੇ ਅੰਮ੍ਰਿਤਸਰ ਸਾਹਿਬ ਬਰਾਜੇ ਹੋਏ ਨੇ ਵੇਖਿਆ ਹੈ, ਭਿਆਨਕ ਹੀ। ਜਾਗ ਉੱਠਿਓ ਬਿਸਮਾਏ ਬਿਲੰਦ। ਤੇ ਇੱਕ ਯਾਰਾਂ ਜਦੋਂ ਦੱਬਿਆ ਕਬਰ ਵਿੱਚ ਤੇ ਪਖਲਾ ਕੇ ਡਰ ਕੇ ਉੱਠਿਆ ਤੇ ਬਹੁਤ ਹੈਰਾਨ ਹੁੰਦਾ ਚਫੇਰੇ ਵੇਖ ਕੇ ਵੀ ਹੱਦ ਹੈ, ਮੈਂ ਤੰਬੂ ਸ਼ਮਿਆਨੇ ਵਿੱਚ ਪਿਆ ਹੋਇਆ ਤੇ ਕਿਧਰੇ ਰਾਜ ਭਾਗ ਭੋਗ ਕੇ ਬੁੱਢਾ ਹੋ ਗਿਆ, ਦੁਬਾਰਾ ਜੰਮਿਆ ਚੰਡਾਲਾਂ ਘਰ, ਉੱਥੇ ਵਿਆਹ ਵੀ ਹੋਇਆ, ਜਵਾਨ ਹੋ ਕਰਕੇ ਬੱਚੇ ਵੀ ਕਿੰਨੇ ਪੈਦਾ ਹੋਏ, ਉਹਨਾਂ ਦੇ ਅੱਗੇ ਵਿਵਾਹ ਹੋ ਕੇ ਉਹਨਾਂ ਦੇ ਘਰ ਵੀ ਪੋਤਰ ਪੋਤਰੇ ਹੋ ਗਏ, ਤੇ ਮੈਨੂੰ ਮਰੇ ਨੂੰ ਫਿਰ ਦਫਨਾ ਵੀ ਦਿੱਤਾ। ਇਸ ਤਰ੍ਹਾਂ ਵੇਖ ਕੇ ਤੇ ਜਦੋਂ ਅੱਖ ਖੋਲੀ ਤੇ ਪਿਆ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੰਬੂ ਵਿੱਚ ਵੇਖ ਕੇ ਬਹੁਤ ਹੈਰਾਨ ਹੁੰਦਾ, ਡਰਦਾ ਹੈ। ਕਿਤਕ ਕਾਲ ਸੋਚਤ ਹੀ ਰਹਿਓ। ਤੇ ਕਿੰਨਾ ਸਮਾਂ ਹੁਣ ਉਹ ਸੁਰਤ ਨਾ ਆਵੇ, ਸੋਚੀ ਜਿਹੜਾ ਪਿਆ ਹੋਇਆ, ਸੋਚਾਂ ਦੇ ਵਿੱਚ ਪਿਆ ਹੋਇਆ, ਕਿੰਨਾ ਕਿੰਨਾ ਸਮਾਂ ਸੋਚ ਰਿਹਾ ਹੈ। ਇਹੋ ਦਰ ਸੁਪਨ ਕਹਾ ਮੈਂ ਲਿਆਇਓ। ਕਹਿੰਦਾ ਹੱਦ ਹੈ ਭਾਈ ਲਹਿਓ, ਇਹ ਸੁਪਨਾ ਕਿੱਧਰੋਂ ਮੈਂ ਬੜਾ ਭਿਆਨਕ ਲਿਆ ਹੈ, ਵੀ ਅੱਜ ਤੀਕਰ ਤਾਂ ਇਹੋ ਜਿਹਾ ਸੁਪਨਾ ਮੈਨੂੰ ਸਾਰੀ ਜ਼ਿੰਦਗੀ ਆਇਆ ਨਾ, ਵੀ ਇੱਕੋ ਹੀ ਸੁਪਨੇ ਵਿੱਚ ਆ ਜਨਮ ਵੀ ਭੋਗ ਕੇ ਤੇ ਅਗਾਂਹ ਜਨਮ ਲੈ ਕੇ ਤੇ ਉਧਰ ਕੀ ਕੁਝ ਹੁੰਦਾ ਫਿਰਦਾ, ਉੱਥੇ ਵੀ ਚੜ੍ਹਾਈ ਕਰ ਜਾਣਾ, ਵੀ ਇਹੋ ਜਿਹਾ ਸੁਪਨਾ ਮੈਨੂੰ ਕਦੇ ਮਿਲਿਆ ਨਹੀਂ, ਅੱਜ ਤੱਕ ਹੋਇਆ ਨਹੀਂ, ਆਇਆ ਨਹੀਂ, ਸਾਰੀ ਜ਼ਿੰਦਗੀ ਲੰਘ ਗਈ ਹੈ ਜਿਹੜਾ ਇੱਥੇ ਗੁਰੂ ਦੇ ਦਰਸ਼ਨ ਕਰਕੇ ਤੇ ਅੰਮ੍ਰਿਤਸਰ ਸਾਹਿਬ ਆਇਆ ਹੈ। ਭਈ ਪ੍ਰਭਾਤ ਸਿੱਖ ਇੱਕ ਗਇਓ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਿੱਖ ਜਿਹੜਾ ਭਾਈ ਕਲਿਆਣਾ ਜੀ ਉਹ ਗਏ ਹਨ ਇਸ ਰਾਜੇ ਦੇ ਤੰਬੂ ਵਿੱਚ। ਗੁਰੂ ਕੋ ਹੁਕਮ ਸੁਨਾਵਤ ਭਇਓ। ਉਹਨੇ ਜਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਹੁਕਮ ਜਿਹੜਾ ਸੁਨੇਹਾ ਹੈ ਇਹ ਰਾਜੇ ਨੂੰ ਜਾ ਸੁਣਾ ਦਿੱਤਾ ਹੈ। ਹੇਤ ਅਖੇਰ ਖੇਲ ਬੇਚਹਿਓ। ਉਹ ਸਿੱਖ ਜਾ ਕੇ ਕਹਿੰਦਾ ਰਾਜਨ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਨੂੰ ਯਾਦ ਕਰਦੇ ਆ। ਮਹਾਰਾਜ ਕਹਿੰਦੇ ਵੀ ਚੱਲ ਜੇ ਸ਼ਿਕਾਰ ਖੇਡਣ ਜਾਣਾ ਹੈ ਤੇ ਚੱਲ ਚੱਲੀਏ, ਤੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕੀਨ ਹੈ ਤੇ ਅਸੀਂ ਚਲੋ ਸੈਰ ਕਰ ਆਵਾਂਗੇ, ਚੱਲ ਜੇ ਸ਼ਿਕਾਰ ਖੇਡਣ ਵਾਸਤੇ ਜਾਣਾ ਹੈ। ਚੱਲਹਿ ਸੰਗ ਗੁਰ ਐਸੇ ਤੇ ਕਹਿਓ। ਗੁਰੂ ਜੀ ਕਹਿੰਦੇ ਸਾਡੇ ਨਾਲ ਚੱਲ ਜੰਗਲ ਵਾਲੇ ਪਾਸੇ ਨੂੰ। ਸੁਣ ਕੈ ਕਰ ਇਸ਼ਨਾਨ ਨਿਰਪਤਬੈ। ਤੇ ਸੁਣ ਕੇ ਸਿੱਖ ਦਾ ਸੁਨੇਹਾ ਮਹਾਰਾਜ ਨੇ ਜੋ ਦਿੱਤਾ ਉਹਦੇ ਮੂੰਹੋਂ ਰਾਜਾ ਤਿਆਰ ਬਰ ਤਿਆ ਹੋਇਆ, ਇਸ਼ਨਾਨ ਪਾਣ ਕੀਤਾ ਹੈ। ਤੁਰੰਗ ਉਰੂੜਿਓ ਲੈ ਦਲਤ ਸਬੈ। ਤੇ ਸਾਰੀ ਫੌਜ ਨਾਲ ਲਈ ਤੇ ਘੋੜੇ ਤੇ ਚੜ ਤੁਰਿਆ ਹੈ। ਚੜ੍ਹ ਕੇ ਪੁਰ ਅੰਤਰ ਕੋ ਆਏ। ਤੇ ਚੜ ਕੇ ਤੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਨੂੰ ਆਇਆ, ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਆਇਆ ਹੈ। ਤਹਿ ਤੇ ਸਤਿਗੁਰ ਸੰਗ ਮਿਲਾਏ। ਤੇ ਇਥੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਨੂੰ ਨਾਲ ਲਿਆ ਹੈ, ਸਤਿਗੁਰਾਂ ਦੇ ਨਾਲ ਤੁਰਿਆ ਹੈ। ਚਿਤਵਤ ਚਿਤ ਦਰ ਸੁਪਨ ਵਿਸਾਲਾ। ਤੇ ਘੋੜੇ ਤੇ ਚੜਿਆ ਹੋਇਆ ਤੇ ਨਾਲੇ ਉਹ ਸੁਪਨੇ ਬਾਰੇ ਸੋਚੀ ਜਾਂਦਾ। ਹੁਣ ਤਾਂ ਦਿਨ ਵੀ ਚੜਿਆ ਹੋਇਆ ਪਰ ਉਹ ਸੁਪਨੇ ਵਿੱਚ ਡਰਿਆ ਹੀ ਇੰਨਾ ਹੈ ਤੇ ਹੁਣ ਸੋਚੀ ਜਾਂਦਾ। ਚਿਤਵਣੀ ਜੀ ਮਨ ਨੂੰ ਲੱਗੀ ਹੋਈ ਹੈ ਤੇ ਵਿਚਾਰ ਕਰਦਾ ਵੀ ਉਹ ਬੜਾ ਭਿਆਨਕ ਸੁਪਨਾ ਰਾਤ ਆਇਆ, ਉਹ ਕੀ ਗੱਲ ਬਣੀ ਹੋਵੇ, ਅੱਗੇ ਕਦੇ ਨਹੀਂ ਐਸਾ ਹੋਇਆ ਹੈ। ਕਹਿ ਨਾ ਸਕਹਿ ਮੁਖ ਤੇ ਤਿਸ ਕਾਲਾ। ਪਰ ਉਹ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਚਿਹਰੇ ਦਾ ਪ੍ਰਤਾਪ ਵੇਖ ਕੇ ਨਾ ਇਹਦੇ ਤੋਂ ਕੁਝ ਬੋਲਿਆ ਨਾ ਜਾਵੇ। ਮਹਾਰਾਜ ਨੂੰ ਦੱਸ ਨਹੀਂ ਸਕਿਆ ਵੀ ਮਹਾਰਾਜ ਮੇਰੇ ਨਾਲ ਰਾਤ ਆ ਕਹਾਣੀ ਬਤੀਤ ਹੋਈ, ਬੜਾ ਭਿਆਨਕ ਸੁਪਨਾ ਆਇਆ।
ਤੋ ਸਤਿਗੁਰਾਂ ਦੇ ਸਨਮੁਖ ਆਪਦੀ ਮਨ ਦੀ ਗੱਲ ਕਹਿ ਨਹੀਂ ਸਕਿਆ ਹੈ। ਬਦਨ ਮਲੀਨ ਹੁਕਮ ਕੋ ਮਾਨਾ। ਤੇ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਨਾਲ ਤੁਰ ਪਿਆ ਤੇ ਚਿਹਰਾ ਜਿਹਾ ਦਾ ਲਮਕਿਆ ਹੋਇਆ, ਮੂੰਹ ਮੁਰਝਾਇਆ ਹੋਇਆ ਹੈ। ਲੈ ਸਤਿਗੁਰ ਕੋ ਸੰਗਤ ਪਿਆਨਾ। ਸਤਿਗੁਰਾਂ ਨੂੰ ਨਾਲ ਲੈ ਕੇ ਤੇ ਜੰਗਲ ਵਾਲੇ ਪਾਸੇ ਤੁਰਿਆ ਹੈ ਖੇਡਣ ਸ਼ਿਕਾਰ ਨੂੰ। ਖੇਲਣ ਕਰਾ ਅਖੀਰ ਅਕਨੇਰਾ। ਤੇ ਮਹਾਰਾਜ ਨੂੰ ਫਿਰ ਕਹਿੰਦਾ, ਸੱਚੇ ਪਾਤਸ਼ਾਹ ਜੀ ਅੱਜ ਵੇਖਿਆ ਜੇ ਮੈਂ ਕਿੰਨਾ ਸੋਹਣਾ ਸ਼ਿਕਾਰ ਖੇਡਾਂਗਾ ਭਾਰੀ। ਗੁਰੂ ਜੀ ਹਤਾ ਮ੍ਰਿਗਨ ਕਰ ਘੇਰਾ। ਤੇ ਵੇਖਣਾ ਮਹਾਰਾਜ ਮੇਰਾ ਨਿਸ਼ਾਨਾ ਕਿਵੇਂ ਮੈਂ ਹਰਨਾਂ ਨੂੰ ਮਾਰ ਮਾਰ ਕੇ ਸੁੱਟਾਂਗਾ। ਆਸੋ ਤਵਾਏ ਕਰ ਕਰਾ ਸੰਘਾਰ। ਤੇ ਇਹ ਮੇਰਾ ਘੋੜੇ ਦੀ ਫਿਰ ਸਿਫਤ ਕਰਦਾ, ਮਹਾਰਾਜ ਘੋੜਾ ਬੜਾ ਬਲ ਵਾਲਾ, ਇਹਨੂੰ ਦੌੜਾ ਦੌੜਾ ਕੇ ਘੇਰ ਘੇਰ ਕੇ ਸਾਰੇ ਹਰਨ ਮਾਰਾਂਗਾ। ਬਾਜਨ ਤੇ ਪੰਛੀ ਲਿਆ ਮਾਰ। ਆ ਜਿਹੜਾ ਮਹਾਰਾਜ ਮੇਰੇ ਕੋਲ ਬਾਜ ਰੱਖਿਆ ਹੋਇਆ ਸ਼ਿਕਾਰੀ, ਇਹਦੇ ਨਾਲ ਮੈਂ ਬੜੇ ਪੰਛੀ ਮਾਰ ਗਰਾਵਾਂਗਾ। ਮਗ ਮਹਿ ਗਮਨਤ ਜਾਤ ਸੁਨਾਵਤ। ਤੇ ਇਸ ਤਰ੍ਹਾਂ ਆਪਦੀ ਸੋਭਾ ਜੀ ਕਰਦਾ ਨਾ ਰਾਜਾ ਸਿਫਤ ਆਪਦੀ ਮੂੰਹ ਗਾਉਂਦਾ ਹੋਇਆ ਰਸਤੇ ਵਿੱਚ ਮਹਾਰਾਜ ਨਾਲ ਤੁਰਿਆ ਜਾਂਦਾ। ਇੱਕ ਘੋੜੇ ਤੇ ਮਹਾਰਾਜ ਚੜੇ ਹੋਏ ਆ ਤੇ ਨਾਲ ਹੀ ਇਹ ਰਾਜਾ ਤੁਰਿਆ ਆਉਂਦਾ ਘੋੜਾ ਲੈ ਕਰਕੇ। ਦੇਖ ਆਜ ਜਥਾ ਮੈਂ ਕਾਵਤ। ਤੇ ਨਾਲੇ ਉਹ ਸਿਫਤਾਂ ਨਹੀਂ ਆਪਦੀਆਂ ਕਰਦਾ, ਤਿੜਾਂ ਜੀਆਂ ਮਾਰਦਾ ਵੀ ਮਹਾਰਾਜ ਵੇਖੋ ਜੇ ਫਿਰ ਅੱਜ ਕਿਵੇਂ ਮੈਂ ਸੋਹਣਾ ਸ਼ਿਕਾਰ ਖੇਡਾਂਗਾ। ਗਏ ਦੂਰ ਕੇਤਕ ਉਦਿਆਨਾ। ਤੇ ਇਸ ਤਰ੍ਹਾਂ ਮਹਾਰਾਜ ਹੁਣ ਸੱਚੇ ਪਾਤਸ਼ਾਹ ਦੀ ਜਾਨੀ ਜਾਣ ਹੈ। ਉਹ ਸਤਿਗੁਰੂ ਤਾਂ ਜਾਣਦੇ ਹੀ ਆ ਵੀ ਰਾਤ ਇਹਦੇ ਨਾਲ ਕੀ ਬਤੀਤ ਹੋਈ, ਪਰ ਸਤਿਗੁਰਾਂ ਨੇ ਇਹਦੇ ਮਨ ਦਾ ਹੁਣ ਸ਼ੰਕਾ ਕੱਢਣਾ। ਸੱਚੇ ਪਾਤਸ਼ਾਹ ਜੀ ਨਾਲ ਲੈ ਕੇ ਚੱਲਦੇ ਚਲਾਉਂਦੇ ਇਹਨੂੰ ਸ਼ਿਕਾਰ ਕਿਤੇ ਦਿਸਿਆ ਨਾ ਤੇ ਕਾਫੀ ਦੂਰ ਜੰਗਲ ਸੰਘਣੇ ਵਿੱਚ ਨਿਕਲ ਗਏ ਹਨ। ਨਿਕਸਿਓ ਹਰਨ ਨਿਰਪਤ ਅਗਵਾਨਾ। ਤੇ ਇਹੋ ਜਿਹਾ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਕਲਾ ਵਰਤਾਈ। ਇੱਕ ਹਰਨ ਜਿਹੜਾ ਬੜਾ ਸੋਹਣਾ ਸੁੰਦਰ ਤੇਜ਼ ਦੌੜਦਾ ਹੋਇਆ ਇਹਦੇ ਰਾਜੇ ਦੇ ਘੋੜੇ ਅੱਗੋਂ ਲੰਘਿਆ ਹੈ। ਸਭ ਕੋ ਬਰਜ ਆਪ ਹੀ ਤਾਇਓ। ਤੇ ਫੌਜ ਮਗਰ ਪਈ ਉਹਨੂੰ ਮਾਰਨ ਵਾਸਤੇ। ਕਹਿੰਦਾ ਠਹਿਰੋ ਮੈਂ ਆਪ ਕੱਲਾ ਹੀ ਸ਼ਿਕਾਰ ਕਰਾਂਗੇ ਸੋਹਣੇ ਹਰਨ ਦਾ। ਸਾਰੀ ਫੌਜ ਨੂੰ ਉੱਥੇ ਠੱਲ ਦਿੱਤਾ ਤੇ ਆਪਦਾ ਘੋੜਾ ਹਰਨ ਮਗਰ ਦੜਾ ਦਿੱਤਾ ਹੈ। ਵੱਡੇ ਬੇਗ ਤੇ ਤੁਰੰਗ ਉਠਾਇਓ। ਤੇ ਬੜੀ ਤੇਜ਼ੀ ਦੇ ਨਾਲ ਇਹਨੇ ਆਪਦਾ ਘੋੜਾ ਪਿੱਛੇ ਭਜਾਇਆ ਹੈ। ਲੱਗਿਓ ਗੈਲ ਦੌੜਹਿ ਜੁਗ ਐਸੇ। ਤੇ ਉਹ ਦੋਵੇਂ ਫਿਰ ਦੌੜ ਦੇ ਅੱਗੇ ਹਰਨ ਲੱਗਾ ਹੋਇਆ ਤੇ ਮਗਰੇ ਦਾ ਤੇਜ਼ ਘੋੜਾ ਭੱਜ ਰਿਹਾ ਹੈ। ਪਵਨ ਗਉਨ ਪਿੱਛੇ ਕੀਏ ਜੈਸੇ। ਇਸ ਤਰ੍ਹਾਂ ਉਹ ਭੱਜ ਰਹੇ ਵੀ ਜਿਵੇਂ ਹਵਾ ਨੂੰ ਪਿੱਛੇ ਹੀ ਛੱਡਦੇ ਜਾਣ। ਹਰਨ ਦੀ ਦੌੜ ਵੀ ਬੜੀ ਤੇਜ਼, ਚੁੰਗੀਆਂ ਭਰਦਾ ਉੱਡਦਾ। ਤੋ ਉਸੇ ਤਰ੍ਹਾਂ ਹੀ ਘੋੜਾ ਵੀ ਬਹੁਤ ਤੇਜ਼ ਦੌੜਦਾ ਹੈ। ਮਾਨੋ ਹਵਾ ਨੂੰ ਤਾਂ ਪਿੱਛੇ ਹੀ ਛੱਡੀ ਜਾਂਦੇ, ਹੁਣ ਜਿੱਤ ਕੇ ਤੁਰੇ ਜਾਂਦੇ ਦੋਵੇਂ। ਪੁਰਤੇ ਕੋਸ 10 ਕੋ ਲਾ ਗਇਓ। ਤੇ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ 10 ਕੋ ਰਾਜਾ ਨਾ ਸ਼ਿਕਾਰ ਦਾ ਪਿੱਛਾ ਕਰਦਾ ਹੋਇਆ ਘੋੜੇ ਤੇ ਚੜ੍ਹਿਆ। ਕਵੀ ਜੀ ਕਹਿੰਦੇ 10 ਕੋ ਜਿਹੜਾ ਰਾਜਾ ਪਿੱਛੇ ਸ਼ਹਿਰ ਨੂੰ ਛੱਡ ਕੇ ਦੂਰ ਚਲਾ ਗਿਆ ਜਦੋਂ। ਮ੍ਰਿਗ ਦੌੜਤ ਕੋ ਹੱਥ ਕਰ ਲਿਓ। ਤੇ ਦੌੜਦੇ ਹੋਏ ਮ੍ਰਿਗ ਨੂੰ ਰਾਜੇ ਨੇ ਉਹ ਮਾਰ ਲਿਆ 10 ਕੋ ਤੇ ਜਾ ਕਰਕੇ। ਭਇਓ ਤ੍ਰਿਖਾਤਰ ਮੁਖ ਕਮਲਾਵਾ। ਪਰ ਦੂਰ ਬਹੁਤ ਆ ਗਿਆ, ਫੌਜ ਪਿੱਛੇ ਰਹਿ ਗਈ, ਜਿਸ ਕਰਕੇ ਹੁਣ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਮੁਖ ਜਿਹੜਾ ਸੁੱਕਣ ਲੱਗਿਆ। ਸੰਗ ਤ੍ਰਿਖਾ ਪਿਆਸ ਕਰਕੇ ਬੜਾ ਦੁਖੀ ਹੋਇਆ ਹੈ। ਪਾਛੇ ਤੇ ਭਟ ਕੋਏ ਨ ਆਵਾ। ਤੇ ਪਿੱਛੋਂ ਇਹਦਾ ਫੌਜ ਦਾ ਕੋਈ ਜਰਨੈਲ ਦਿਸਿਆ ਨਹੀਂ ਆਉਂਦਾ ਇਸ ਨੂੰ। ਇਤ ਉਤ ਫਿਰ ਕੈ ਹੇਰ ਨ ਕਰਿਓ। ਤੇ ਪਾਣੀ ਦੀ ਭਾਲ ਕਰਦਾ ਹੋਇਆ ਰਾਜਾ ਇਧਰ ਉਧਰ ਵੇਖਦਾ, ਪਾਣੀ ਜਲ ਲੱਭਦਾ ਹੈ। ਦੂਰ ਜਾਏ ਇੱਕ ਗ੍ਰਾਮ ਨਿਹਰਿਓ। ਤੇ ਤੁਰਦੇ ਹੋਏ ਨੇ ਇੱਕ ਦੂਰ ਕੋਈ ਨਾ ਅੱਗੇ ਜਾ ਕੇ ਇੱਕ ਪਿੰਡ ਵੇਖਿਆ ਹੈ, ਕਿਤੇ ਇਹਨੂੰ ਨਗਰ ਦਿਸ ਪਿਆ ਹੈ। ਜਿਸ ਕੇ ਨਿਕਟ ਬ੍ਰਿਛ ਕੋ ਦੇਖਾ। ਉਹਦੇ ਲਾਗੇ ਕੋਈ ਸੋਹਣਾ ਜਿਹੜਾ ਜੰਡ ਦਾ ਰੁੱਖ ਖੜਿਆ ਵੇਖਿਆ ਜਦੋਂ। ਉੱਤਰ ਪਰਿਓ ਪਾਸ਼ਰਮਤ ਵਿਸੇਖਾ। ਤੇ ਥੱਕਿਆ ਹੋਇਆ ਰਾਜਾ ਉਹ ਜੰਡ ਦੇ ਹੇਠਾਂ ਬਹਿਣ ਵਾਸਤੇ, ਛਾਂ ਮਾਨਣ ਵਾਸਤੇ ਲਾਗੇ ਹੀ ਜਲ ਸੀਗਾ, ਜਲ ਛਕਣ ਵਾਸਤੇ, ਥਕਾਵਟ ਦੂਰ ਕਰਨ ਵਾਸਤੇ ਉਤਰਿਆ ਹੈ। ਤਰ ਕੇ ਸੰਗ ਬੰਦ ਕਰ ਕੋਰਾ। ਉਹ ਰੁੱਖ ਦੇ ਨਾਲ ਇਹਨੇ ਆਪਣਾ ਘੋੜਾ ਬੰਨ ਦਿੱਤਾ ਹੈ। ਤਹ ਤੇ ਨਿਕਟ ਨੀਰ ਕੋ ਟੋਰਾ। ਤੇ ਲਾਗੇ ਟੋਭਾ ਸੀ ਜਲ ਦਾ, ਇਹਨੇ ਜਦੋਂ ਵੇਖਿਆ ਲੱਭਿਆ ਹੈ। ਵੇਖੋ ਜਲ ਕੋ ਕਰ ਚਰਨ ਪਖਾਰੇ। ਵੇਖ ਕੇ ਜਲ ਨੂੰ ਤੇ ਪਹਿਲਾਂ ਜਿਹੜਾ ਵੇ ਉਹ 5 ਇਸ਼ਨਾਨਾ ਮੂੰਹ ਹੱਥ ਧੋਤਾ ਹੈ। ਪੁਨ ਪੀ ਕਰ ਨਿਜ ਤ੍ਰਿਖਾ ਨਿਵਾਰੇ। ਤੇ ਉਸ ਤੋਂ ਬਾਅਦ ਫਿਰ ਜਲ ਚੰਗੀ ਤਰ੍ਹਾਂ ਢਿੱਡ ਭਰ ਕੇ ਛਕਿਆ, ਆਪਣੀ ਪਿਆਸ ਮਿਟਾਈ ਹੈ। ਤਰ ਕੇ ਤਰੇ ਸੰਘਣੀ ਛਾਇਆ। ਇਸ ਰੁੱਖ ਦੀ ਬਿਲਕੁਲ ਠੰਡੀ ਸੰਘਣੀ ਛਾਂ ਵੇਖੀ ਜਦੋਂ। ਸ਼ਰਮਤ ਨਿਰਪਤ ਕੋ ਮਨ ਬਿਰਮਾਇਆ। ਤੇ ਮਨ ਇਹ ਲਲਚਾਇਆ ਵੀ ਹੁਣ ਕਿਉਂ ਨਾ ਕੁਝ ਸਮਾਂ ਥਕਾਵਟ ਹੀ ਦੂਰ ਕਰ ਲਈਏ, ਕਿਉਂਕਿ ਦੁਪਹਿਰਾ ਬਹੁਤ ਚੜ ਚੁੱਕਾ ਹੈ।
ਤੇ ਥਕਾਵਟ ਦੂਰ ਕਰਨ ਵਾਸਤੇ ਰਾਜੇ ਦਾ ਮਨ ਲਲਚਾਇਆ ਹੈ। ਬਸਤਰ ਵਿਛਾਵੇ ਬੈਠ ਕਰ ਤੇ ਤਹਾਂ, ਆਪਣੇ ਗਲ ਦਾ ਪਰਨਾ ਜਿਹਾ ਵਿਛਾ ਕੇ ਰਾਜਾ ਜਿਹੜਾ ਹੈ ਉਹ ਇੱਥੇ ਰੁੱਖ ਦੇ ਹੇਠਾਂ ਪਰਨਾ ਵਿਛਾ ਕੇ ਤੇ ਬਰਾਜ ਗਿਆ, ਲੰਮੇ ਪਿਆ ਗਿਆ ਹੈ। ਸ਼ਰਮਤ ਘਾਮ ਤੇ ਸੁਖ ਲਹਿ ਮਹਾ, ਥੱਕਿਆ ਹੋਣ ਕਰਕੇ ਦੂਜਾ ਦੁਪਹਿਰਾ ਬਹੁਤ ਹੈ, ਗਰਮੀ ਕਰਕੇ ਠੰਡੀ ਛਾਂ ਤੇ ਜਲ ਛਕ ਕੇ ਤੇ ਜਲ ਦੇ ਟੋਭੇ ਦੇ ਕਿਨਾਰੇ ਰੁੱਖ ਹੇਠਾਂ ਰਾਜੇ ਨੇ ਵਿਸ਼ਰਾਮ ਕੀਤਾ, ਬੜਾ ਸੁਖ ਮਾਣਿਆ ਹੈ। ਜਬ ਹੈ ਤਪਤ ਥੋਰੀ ਹੋਏ ਤੇ ਜਾਏ, ਮਨ ਚ ਵਿਚਾਰਿਆ ਵੀ ਚਲੋ ਕੁਝ ਸਮਾਂ ਇੱਥੇ ਪੈਨੇ ਆ, ਜਦੋਂ ਆ ਦੁਪਹਿਰਾ ਜਾਂ ਲੰਘ ਜਾਵੇਗਾ, ਧੁੱਪ ਥੋੜੀ ਹੋ ਜਾਵੇਗੀ, ਤਪਸ਼ ਘਟ ਜਾਵੇਗੀ। ਪੁਨ ਚੜ੍ਹਾ ਅਸਮਨ ਠਹਿਰਾਏ, ਤੇ ਫਿਰ ਮਨ ਚ ਵਿਚਾਰਿਆ ਵੀ ਉਦੋਂ ਚਲੋ ਚੜ੍ਹ ਕੇ ਅੰਮ੍ਰਿਤਸਰ ਸਾਹਿਬ, ਇੱਥੇ 10 ਕੋਹ ਕਿਹੜਾ ਦੂਰ ਹੈ ਘੋੜੇ ਤੇ ਜਦੋਂ ਆ ਧੁੱਪ ਜੀ ਲੰਘ ਜਾਵੇਗੀ ਨਾ, ਦਿਨ ਠਰੇਗਾ ਤੇ ਫਿਰ ਚੱਲਾਂਗਾ, ਅੰਮ੍ਰਿਤਸਰ ਪਹੁੰਚਾਂਗਾ। ਸੰਗੀ ਆਏ ਮਿਲਹਿਗੇ ਮੋਹੀ, ਤੇ ਨਾ ਵੀ ਪਹੁੰਚਿਆ ਤੇ ਮੇਰੇ ਨਾਲ ਦੀ ਫੌਜ ਆਪੇ ਹੀ ਲੱਭਦੀ ਲਭਾਉਂਦੀ ਮੇਰੇ ਪਾਸ ਆ ਜਾਵੇਗੀ। ਤਬਲਾ ਛਾਇਆ ਮਹਿ ਸੁਖ ਹੋਹੀ, ਉਹਨਾਂ ਸਮਾਂ ਇੱਥੇ ਛਾਂ ਠੰਡੀ ਹੈ ਤੇ ਦੁਪਹਿਰਾ ਇੱਥੇ ਹੀ ਕੱਟ ਲਈਏ, ਸੁਖ ਮਾਣ ਲਈਏ। ਪੀਛੇ ਸ਼੍ਰੀ ਅਰਜਨ ਭਟ ਸੰਗ, ਤੇ ਰਾਜਾ ਇੱਥੇ ਠਹਿਰ ਗਿਆ ਇੱਕ ਪਿੰਡ ਦੇ ਬਾਹਰ। ਪਿੱਛੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਜੇ ਦੀ ਫੌਜ ਦੇ ਨਾਲ ਆ ਰਹੇ, ਘੋੜੇ ਤੇ ਚੜੇ ਹੋਏ ਆ। ਜਾਤ ਔਰੂੜੇ ਸਕਲ ਤੁਰੰਗ, ਤੇ ਸਾਰੀ ਫੌਜ ਦੇ ਪਾਸ ਘੋੜੇ ਆ, ਚੰਗੇ ਜਰਨੈਲ ਸ਼ਿਕਾਰ ਵਾਸਤੇ ਜਿਹੜੇ ਚੜੇ ਸਨ। ਸਾਰਿਆਂ ਦੇ ਅੱਗੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਾਨੀ ਜਾਨ ਪਾਤਸ਼ਾਹ ਫੌਜ ਨਾਲ ਸਤਿਗੁਰਾਂ ਦੇ ਆ ਰਹੀ ਘੋੜਿਆਂ ਤੇ ਚੜੇ ਹੋਏ ਆ। ਨਿਰਪ ਕੋ ਖੋਜ ਪਾਰਖਾ ਤਰਤੇ, ਤੇ ਹੁਣ ਰਾਜਾ ਲੱਭ ਨਹੀਂ ਰਿਹਾ ਕਿਸੇ ਪਾਸਿਓ, ਧਰਤੀ ਤੇ ਉਹਦੇ ਖੁਰਜੇ ਘੋੜੇ ਦੀ ਪੈੜ ਵੇਖਦੇ ਹੋਏ ਚੱਲ ਰਹੀ ਫੌਜ ਸਾਰੀ। ਸਨੈ ਸਨੈ ਸਭ ਗਮਨਿਓ ਕਰਤੇ, ਤੇ ਉਹਦੀ ਖੋਜ ਲੱਭਦੇ ਹੋਏ, ਰਾਜੇ ਦਾ ਪਤਾ ਲਾਉਂਦੇ, ਘੋੜੇ ਦੇ ਪੌੜਾਂ ਦਾ ਪਿੱਛਾ ਕਰਦੇ ਹੋਏ ਧੀਰੇ ਧੀਰੇ ਆ ਰਹੇ ਹਨ। ਦੋਹਰਾ ਕਾਮ ਤੇਜ ਇਤਿਸ਼ੈ ਪਇਓ, ਤੇ ਜਿਹੜੀ ਧੁੱਪ ਸੀਗੀ ਬਹੁਤ ਤੇਜ਼, ਜਿਸ ਕਰਕੇ ਬਹੁਤੀ ਧੁੱਪ ਕਾਰਨ ਖੋਜਤ ਨਿਰਪ ਕੋ ਜਾਤ, ਤੇ ਸਾਰੇ ਹੀ ਥੱਕੇ ਹੋਏ ਆ ਲੱਭਣ ਵਾਲੇ, ਪਰ ਧੀਰੇ ਧੀਰੇ ਉਹ ਪੌੜ ਜੇ ਲੱਭਦੇ ਘੋੜੇ ਦੇ ਨਿਸ਼ਾਨਦੇਹੀ ਕਰਦੇ ਰਾਜੇ ਨੂੰ ਲੱਭ ਰਹੇ ਆ। ਸੇਵਕ ਸੇਵਾ ਹੇਤ ਕੋ, ਨਾਲ ਕੁਝ ਉਹ ਵੀ ਜਿਹੜੇ ਸੇਵਾ ਕਰਨ ਵਾਲੇ ਸੇਵਕ ਹੁੰਦੇ, ਰਾਜੇ ਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਲੇ ਜਿਹੜੇ ਭੰਡਾਰੀ ਹੁੰਦੇ ਆ, ਲਾਂਗਰੀ ਕੋਈ, ਉਹ ਵੀ ਫੌਜ ਦੇ ਵਿੱਚ ਨਾਲ ਹੀ ਉਹ ਵੀ ਤੁਰੇ ਆ ਰਹੇ ਹਨ। ਇਤ ਉਤ ਫਿਰ ਉਤਲਾਤ, ਤੇ ਲੱਭਦੇ ਇੱਧਰ ਉੱਧਰ ਹੋ ਰਹੇ ਆ, ਕਦੇ ਕਿਸੇ ਪਾਸੇ ਜਾਂਦੇ ਆ, ਰਾਜਾ ਲੱਭਦਾ ਨਹੀਂ, ਕਦੇ ਕਿਸੇ ਪਾਸੇ ਜਾਂਦੇ ਹਨ। ਇਸ ਤਰ੍ਹਾਂ ਰਾਜੇ ਦੀ ਭਾਲ ਦੇ ਵਿੱਚ ਸਾਰੀ ਫੌਜ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਹੈ, ਪਰ ਮਹਾਰਾਜ ਜਾਣਦੀ ਹੈ ਵੀ ਰਾਜਾ ਕਿੱਥੇ ਹੈ। ਇਸ ਤਰ੍ਹਾਂ ਫਿਰ ਇਹ ਰਾਜਾ ਇੱਥੇ ਕੁਝ ਸਮਾਂ ਨੇ ਬਤੀਤ ਕੀਤਾ ਤੇ ਮਹਾਰਾਜ ਅਜੇ ਪਿੱਛੇ ਹੀ ਆ ਫੌਜ ਲੈ ਕੇ ਆਉਂਦੇ, ਤੇ ਅੱਗੇ ਉਹ ਪ੍ਰਸੰਗ ਕੁਝ ਰਹਿ ਗਿਆ, ਉਹ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ। ਫਿਰ ਇਹ ਰਾਜਾ ਜਦੋਂ ਬਰਾਜਿਆ ਹੋਇਆ ਤੇ ਇਹ ਆਪਦੇ ਜਾਣੀ ਤੈਨੂੰ ਆਇਆ ਵੀ ਮੈਂ ਉਹ ਜਨਮ ਜਿਹੜਾ ਚੰਡਾਲ ਦਾ ਸੁਪਨੇ 'ਚ ਹੀ ਭੋਗਿਆ, ਪਰ ਮਹਾਰਾਜ ਨੇ ਕਲਾ ਵਰਤਾਈ। ਉਹ ਕੋਈ ਸੁਪਨਾ ਕਿੰਨਾ ਸਮਾਂ ਆਇਆ ਹੋਊਗਾ, ਕੋਈ ਘੰਟਾ ਦੋ ਆਇਆ ਹੋਊ, ਤੂੰ 2-4 ਘੜੀਆਂ ਸੁਪਨਾ ਆਇਆ, ਪਰ ਮਹਾਰਾਜ ਨੇ ਤਾਂ ਉਹ ਇੱਕ ਜਨਮ ਸੁਪਨੇ 'ਚ ਹੀ ਭੁਗਤਾ ਕੇ ਇਹਨੂੰ ਵਿਖਾਇਆ ਸੀ ਵੀ ਐਂ ਵੀ ਕਰ ਸਕਦੇ ਹਾਂ ਅਸੀਂ। ਤੇ ਇਹਨੂੰ ਆਇਆ ਵੀ ਉਹ ਖਰੇ ਸੁਪਨਾ ਹੀ ਸੀ, ਉਹ ਸੁਪਨਾ ਨਹੀਂ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਉਹਦਾ ਜਨਮ ਇੱਕ ਸੁਪਨੇ 'ਚ ਹੀ ਭੁਗਤਾ ਦਿੱਤਾ ਸੀ। ਉਧਰੋਂ ਭਾਵੇਂ ਸੁਪਨੇ ਵਿੱਚ ਚੜ੍ਹਾਈ ਕੀਤਾ, ਇਹਨੂੰ ਐਂ ਸੀ ਸੁਪਨਾ ਹੀ ਹੈ, ਪਰ ਜਦੋਂ ਇਹ ਉਹੀ ਪਿੰਡ ਸੀ ਜਿੱਥੇ ਉਹ ਸੁਪਨੇ ਵਿੱਚ ਜੰਮਿਆ ਹੋਇਆ ਸੀ ਰਾਜਾ, ਉਹ ਜਦੋਂ ਇਹਦਾ ਪੁੱਤਰ ਨੇ ਆ ਕੇ ਵੇਖਿਆ ਵੀ ਆਹ ਤਾਂ ਮੇਰਾ ਪਿਤਾ ਹੀ ਹੈ, ਤੇ ਇੱਥੇ ਸੂਰ ਚਾਰਦਾ ਤੇ ਚੰਗਾ ਘੋੜਾ ਲੈ ਕੇ ਸੋਹਣੇ ਕੱਪੜੇ ਪਾ ਕੇ ਖੜਾ ਹੋਇਆ, ਤੇ ਸਾਡੇ ਸੂਰ ਕੌਣ ਚਾਰੇਗਾ। ਉਹਨੇ ਜਾ ਪਕੜਿਆ ਤੇ ਫਿਰ ਇਹ ਰੌਲਾ ਪਾਵੇ ਕਿ ਮੈਂ ਰਾਜਾ। ਉਹਨੇ ਪਰਿਵਾਰ ਵੀ ਸਾਰਾ ਹੀ ਸੱਦ ਲਿਆ, ਸਾਰਾ ਪਿੰਡ ਆ ਗਿਆ, ਉਹਨਾਂ ਫੜ ਕੇ ਰਾਜਾ ਬੰਨਿਆ। ਉਹ ਜਿਹੜੀ ਫਿਰ ਰਾਜੇ ਦੀ ਪਤਨੀ ਉਹ ਕਹਿੰਦੀ ਇੱਥੇ ਸੂਰ ਚਾਰਦਾ ਰਿਹਾ ਤੇ ਸਾਨੂੰ ਧੋਖਾ ਦੇ ਕੇ ਅਖੇ ਮਰ ਗਿਆ, ਤੇ ਇੱਥੇ ਪਤਾ ਨਹੀਂ ਕਿੱਥੋਂ ਘੋੜਾ ਚੋਰੀ ਕਰੀ ਫਿਰਦਾ ਤੇ ਰਾਜਾ ਬਣਿਆ ਫਿਰਦਾ। ਉਹ ਨਾ ਇਹਨੂੰ ਬੰਨ੍ਹ ਕੇ ਆਖਣ ਅਸੀਂ ਜਾਣ ਨਹੀਂ ਦੇਣਾ। ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਹੁੰਚੇ ਸੀ, ਸਤਿਗੁਰਾਂ ਨੇ ਫਿਰ ਇਹਦਾ ਮਨ ਵਿੱਚ ਫਿਰ ਜਿਹੜਾ ਸੰਸਾ ਸੀ ਇੱਥੇ ਨਿਵਰਤ ਕੀਤਾ। ਕਹਿੰਦਾ ਮਹਾਰਾਜ ਹੁਣ ਮੈਂ ਕੀ ਦੱਸਾਂ ਵੀ ਜੇ ਮੈਂ ਸੁਪਨੇ ਵੱਲ ਵੇਖਾਂ ਤੇ ਉਹੀ ਆ, ਮੇਰੀ ਪਰਿਵਾਰ ਹੈ, ਮੇਰੀ ਘਰ ਵਾਲੀ ਹੈ, ਇਹ ਝੂਠ ਨਹੀਂ ਬੋਲਦੇ ਸੱਚ ਹੀ ਹੈ। ਪਰ ਮਹਾਰਾਜ ਮੈਂ ਮੰਨਾਂ ਕਿਵੇਂ ਉਹ ਸੁਪਨਾ ਸੀਗਾ? ਜੇ ਮੰਨਦਾ ਤੇ ਫਿਰ ਮਹਾਰਾਜ ਮੈਂ ਫਿਰ ਰਾਜਾ ਕਾਹਦਾ, ਫਿਰ ਮੈਂ ਰਾਜਾ ਨਹੀਂ ਰਹਿੰਦਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਰਿਵਾਰ ਕਹਿੰਦਾ ਮਹਾਰਾਜ ਉਹੀ ਹੈ, ਆ ਸਾਰਾ ਪਿੰਡ ਇੱਕ ਪਾਸੇ ਹੋਇਆ। ਉਹ ਕਹਿੰਦੇ ਮਹਾਰਾਜ ਸਾਰਾ ਪਿੰਡ ਕਹੀ ਜਾਂਦਾ। ਰਾਜਾ ਕਹਿੰਦਾ ਨਹੀਂ ਮੈਂ ਰਾਜਾ ਆ।
ਹੁਣ ਉਹ ਰਾਜਾ ਉਹਨਾਂ ਨੂੰ ਵੀ ਨਾ ਦੱਸੇ ਵੀ ਮੈਨੂੰ ਸੁਪਨਾ ਆਇਆ। ਉਹ ਆਖਣ, ਕਿਉਂਕਿ ਇਹਨੂੰ ਇਹ ਵੀ ਕਿਤੇ ਮੈਨੂੰ ਰੱਖ ਨਾ ਲੈਣ, ਉਹ ਇਹਨੂੰ ਜਾਣ ਨਾ ਦਿੰਦੇ ਨੇ। ਫਿਰ ਮਹਾਰਾਜ ਨੇ ਆਖਿਆ ਸੀ ਵੀ ਤੁਸੀਂ ਕਬਰ ਪੁੱਟੋ ਜਿੱਥੇ ਨੱਪਿਆ ਸੀ ਬਜ਼ੁਰਗ। ਉਹ ਪੱਟੀ, ਉੱਥੋਂ ਵੀ ਉਹੀ ਲਾਸ਼ ਨਿਕਲੀ, ਬਿਲਕੁਲ ਇਨ ਮਿਨੇ ਦੇ ਵਰਗਾ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਦੱਸਿਆ ਕਿ ਰਾਜ ਨੇ ਤੇਰਾ ਇੱਕ ਜਨਮ ਅਸੀਂ ਸੁਪਨੇ 'ਚ ਭੁਗਤਾਇਆ, ਸਾਡੇ ਦਰਸ਼ਨਾਂ ਦਾ ਫਲ ਹੈ। ਉਹ ਇਸ ਤਰ੍ਹਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਉਹ ਕੌਤਕ ਵਰਤਾਇਆ। ਉਹ ਕੁਝ ਪ੍ਰਸੰਗ ਜਿਹੜਾ ਰਿਹਾ ਉਹ ਆਪਾਂ ਕੱਲ੍ਹ ਦੇ ਦੀ ਬਾਣ ਵਿੱਚ ਸੁਣਾ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਦੋਹਰਾ ਕਾਮ ਤੇਜ ਇਤਿਸ਼ੈ ਭਇਓ, ਖੋਜ ਤੁ ਨਿਰਪ ਕੋ ਜਾਤ, ਸੇਵਕ ਸੇਵਾ ਹੇਤ ਕੋ, ਇਤ ਉਤ ਫਿਰ ਉਤ ਲਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ, ਅਘਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹਿ ਕੈ ਸਦਾ ਸੰਗ ਨਿਧਾਰਾ। ਆਧਾਰ, ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖਾਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਾ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦ, ਵਾਹਿਗੁਰੂ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵੰਦ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।